ਅੱਜ ਸਾਰਾ ਦਿਨ ਧਿਆਨ ਕੇਂਦਰਿਤ ਰਿਹਾ, ਟੋਲ ਪਲਾਜ਼ਾ ਬੰਦ ਹੋ ਰਿਹਾ ਤੇ ਉਸ ਦੀ ਵਜ੍ਹਾ ਕੀ ਹੈ? ਵਿਰੋਧੀ ਸਵਾਲ ਖੜੇ ਕਰ ਰਹੇ ਨੇ, ਪਰ ਮਾਨ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਪਿਛਲਿਆਂ ਵਾਂਗ ਨਹੀਂ ਹਿੱਸੇ ਪੱਤੀਆਂ ਰੱਖੀਏ। ਤੇ ਉੱਧਰ ਵਾਹਵਾ ਰੌਣਕ ਲੱਗੀ ਰਹੀ ਸਿੰਘਾਂ ਵਾਲੇ ਜਿਹੜਾ ਟੋਲ ਪਲਾਜ਼ਾ ਸੀ। ਟੋਲ ਟੈਕਸ ਤੇ ਹੋਣੇ ਨਹੀਂ ਚਾਹੀਦੇ, ਟੋਲ ਟੈਕਸ ਤੇ ਬੰਦ ਕਰ ਦੇਣੇ ਚਾਹੀਦੇਗੇ। ਫਿਰ ਜਿਹੜੀ ਵੀ ਕੰਪਨੀ ਰੋਡ ਬਣਾਊਗੀ ਉਹ ਤੇ ਪੈਸੇ ਵਸੂਲੇਗੀ, ਉਹ ਤੇ ਉਹਨੇ ਕਿਹੜਾ ਸਰਕਾਰ ਨੂੰ ਕੋਈ ਤੋਹਫਾ ਦਿੱਤਾ ਹੈਗਾ। ਲੇਕਿਨ ਇਹ ਜਿਹੜੇ ਬੰਦ ਕਰਾ ਰਹੇ ਨੇ, ਇਹ ਸਰਕਾਰ ਨੂੰ ਵਿਰੋਧੀ ਘੇਰੇ ਨੇ ਕਿ ਉਹ ਆ ਜਿਹੜੇ ਮਿਆਦ ਹੀ ਖਤਮ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਤੇ ਹਰਾ ਪੈਨ ਆਪਾਂ ਤਾਂ ਮੰਨੀਏ, ਆਪਣੀ ਕੋਠੀ ਤੋਂ ਨਿਕਲ, ਕੋਠੀ ਤੋਂ ਮਹਿਜ ਗਿਣ ਕੇ 5 ਕਿਲੋਮੀਟਰ ਤੇ ਇੱਕ ਨਿਊ ਚੰਡੀਗੜ੍ਹ ਟੋਲ ਲੱਗਾਗਾ। ਉਹ ਤਾਂ ਪੰਜਾਬ ਸਰਕਾਰ ਦਾ, ਉਹਦੇ ਤੁਸੀਂ 15 ਸਾਲ ਕਿਉਂ ਉਡੀਕਦੇ ਹੋ? ਉਹ ਤੇ ਅੱਜ ਹੀ ਬੰਦ ਕਰ ਦਿਓ। ਉਹ ਤੇ ਨਿਤਨ ਗਡਕਰੀ ਸਾਹਿਬ ਦਾ ਨਹੀਂ ਹੈ, ਨਰਿੰਦਰ ਮੋਦੀ ਸਾਹਿਬ ਦਾ ਨਹੀਂ ਹੈ। ਪਰ ਜਿਹੜੇ ਪੰਜਾਬ ਸਰਕਾਰ ਦੇ ਆਪਣੇ ਟੋਲ ਨੇ ਉਹ ਤੇ ਬੰਦ ਕੀਤੇ ਜਾ ਸਕਦੇ ਨਾ। ਪੰਜਾਬ 'ਚ ਟੋਲ ਪੂਰੇ ਬੰਦ ਕਰ ਦਿਓ, ਫਿਰ ਕਹਿਣਗੇ ਵਾਹ ਮਾਨ ਸਾਹਿਬ ਨੇ ਕਮਾਲ ਕਰ ਦਿੱਤੀ ਹੈਗੀ। ਨਾ ਸਰਕਾਰਾਂ ਕੋਈ ਐਜੂਕੇਸ਼ਨ ਵਾਸਤੇ ਪੈਸੇ, ਨਾ ਐਗਰੀਕਲਚਰ ਵਾਸਤੇ ਪੈਸੇ, ਨਾ ਹੈਲਥ ਵਾਸਤੇ ਪੈਸੇ, ਨਾ ਇਨਫਰਾਸਟ੍ਰਕਚਰ ਵਾਸਤੇ ਪੈਸੇ। ਪੰਜਾਬ ਗੌਰਮੈਂਟ ਲਾ ਲਓ, ਦਿੱਲੀ ਲਾ ਲਓ, ਰਾਜਸਥਾਨ ਲਾ ਲਓ, ਮੱਧ ਪ੍ਰਦੇਸ਼ ਲਾ ਲਓ, ਹਰਿਆਣਾ ਲਾ ਲਓ, ਇਹਨਾਂ ਕੋਲ ਆਪਣੀਆਂ ਮਸ਼ਹੂਰੀਆਂ ਵਾਸਤੇ ਪੈਸੇ ਹੈਗੇ ਨੇ। ਦਿੱਲੀ ਗੌਰਮੈਂਟ ਅਰਵਿੰਦ ਕੇਜਰੀਵਾਲ ਕਹਿੰਦੀ ਸਾਡੇ ਕੋਲ ਪੈਸੇ ਨਹੀਂ ਹੈਗੇ। ਸੁਪਰੀਮ ਕੋਰਟ ਨੇ ਝਾੜ ਝੰਬ ਕੀਤੀ ਕਿ ਤੁਹਾਡੇ ਕੋਲ ਮਸ਼ਹੂਰੀਆਂ ਵਾਸਤੇ ਤੇ ਪੈਸੇ ਹੈਗੇ, ਲੋਕਾਂ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਕਹਿੰਦੇ 9 ਮਾਸ ਦਾ ਰਿਸ਼ਤਾ 2 ਸਾਲ ਵੀ ਅੱਡ ਨਹੀਂ ਰਹਿ ਸਕਿਆ। ਲਗਾਤਾਰ ਇੱਕ ਦੂਜੇ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅੰਦਰ ਖਾਤੇ ਕਹਿੰਦੇ ਮੁਲਾਕਾਤਾਂ ਬਹੁਤ ਹੋ ਰਹੀਆਂ। ਤੇ ਅੰਦਰਲੀ ਗੱਲ ਕੀ ਹੈ ਔਰ ਖਾਸ ਕਰਕੇ ਗੱਠਜੋੜ ਜੇ ਹੁੰਦਾ ਇਸ ਨਾਲ ਨੁਕਸਾਨ ਕਿਸ ਦਾ ਤੇ ਫਾਇਦਾ ਕਿਸ ਦਾ? ਹੁਣ ਖਬਰਾਂ ਤੇ ਕਰਵਾਈਆਂ ਹੈਗੀਆਂ, ਜਾਂ ਸ਼੍ਰੋਮਣੀ ਅਕਾਲੀ ਦਲ ਨੇ ਖਬਰਾਂ ਕਰਵਾਈਆਂ ਜਾਂ ਬੀਜੇਪੀ ਨੇ ਕਰਵਾਈਆਂ। ਪਲਾਂਟਡ ਖਬਰਾਂ ਨੇ ਕਿ ਗੱਠਜੋੜ ਹੋ ਸਕਦਾ, ਸੰਭਾਵਨਾ ਹੋ ਸਕਦੀ ਆ। ਕਣਸੋਆਂ ਵੰਨੇ ਅਕਾਲੀ ਦਲ ਲੜੂਗਾ 7 ਤੇ, ਬੀਜੇਪੀ ਲੜੂਗੀ 5 ਤੇ, ਫਿਰ 1 ਤੇ ਲੜੂਗੀ ਬਸਪਾ। ਇਹ ਸਿਰਫ ਹਲੇ ਲੋਕਾਂ ਨੂੰ ਰੈਕਟ ਕਰਨ ਵਾਸਤੇ ਖਬਰਾਂ ਪਲਾਂਟਡ ਹੋਈਆਂ ਨੇ। ਦੋਨਾਂ ਵਾਸਤੇ ਅਗਰ ਗੱਠਜੋੜ ਹੁੰਦਾ ਤੇ ਦੋਨਾਂ ਵਾਸਤੇ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਹੋਏਗੀ। ਫਿਰ ਲੋਕਾਂ ਨੇ ਕਹਿਣਾ ਕਿ ਦੋਨਾਂ ਪਾਰਟੀਆਂ ਨੇ ਪਖੰਡ ਕੀਤਾ, ਸ਼ੋਸ਼ਾ ਕੀਤਾ। ਕਿਸਾਨੀ ਅੰਦੋਲਨ ਦੇ ਵਿੱਚ ਦੋਨਾਂ ਦੀ ਮਜਬੂਰੀ ਹੋ ਗਈ ਕਿ ਫਿਰ ਲੋਕਾਂ ਕਹਿਣਾ ਸਾਡੇ ਤੇ ਅੱਖਾਂ 'ਚ ਘੱਟਾ ਹੀ ਪਾਇਆ ਹੈਗਾ। ਇਹ ਤੇ ਅੰਦਰੋਂ ਘਿਓ ਖਿਚੜੀ ਵਾਂਗੂ ਮਿਲੇ ਹੋਏ ਸੀ। ਭੁੱਖੇ ਨੂੰ ਭੁੱਖਾ ਟੱਕਰਿਆ, ਦੋਨੇ ਗੱਜ ਖਾ ਕੇ ਡਿੱਗ ਪਏ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਸੰਦੀਪ ਲਾਦੂਕਾ। ਪੰਜਾਬ ਦੇ ਪੱਖ ਦੇ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ। ਅੱਜ ਸਾਰਾ ਦਿਨ ਧਿਆਨ ਕੇਂਦਰਿਤ ਰਿਹਾ, ਟੋਲ ਪਲਾਜ਼ਾ ਬੰਦ ਹੋ ਰਿਹਾ ਤੇ ਉਸ ਦੀ ਵਜ੍ਹਾ ਕੀ ਹੈ? ਮਿਆਦ ਖਤਮ ਹੋਣ ਤੇ ਜੇ ਆਪਣੇ ਆਪ ਹੀ ਬੰਦ ਹੋ ਜਾਣਾ ਤੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉੱਥੇ ਜਾਣ ਦੀ ਕੀ ਜ਼ਰੂਰਤ ਹੈ? ਵਿਰੋਧੀ ਸਵਾਲ ਖੜੇ ਕਰ ਰਹੇ ਨੇ, ਪਰ ਮਾਨ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਪਿਛਲਿਆਂ ਵਾਂਗ ਨਹੀਂ ਕਿ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਚਲਾਈ ਜਾਈਏ, ਹਿੱਸੇ ਪੱਤੀਆਂ ਰੱਖੀਏ। ਅਸੀਂ ਤੇ ਕਰਪਸ਼ਨ ਬੰਦ ਕਰਨ ਆਏ ਹਾਂ ਤੇ ਕਰ ਵੀ ਰਹੇ ਹਾਂ। ਇਹ ਦਾਅਵੇ ਦੇ ਉੱਤੇ ਵੀ ਗੱਲਬਾਤ ਹੋਵੇਗੀ। ਨਾਲ ਹੀ ਗੱਲ ਕਰਾਂਗੇ ਭਾਜਪਾ ਅਕਾਲੀ ਦਲ ਦੀ ਗੱਠਜੋੜ ਦੀ ਚੱਲੀ ਗੱਲ ਦੀ। ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ ਹੈ ਕਿ ਇਸ ਨੂੰ ਕਿੰਨੀਆਂ ਸੀਟਾਂ ਮਿਲਣੀਆਂ ਨੇ। ਹਾਲਾਂਕਿ ਦੋਵਾਂ ਪਾਰਟੀਆਂ ਵੱਲੋਂ ਅਧਿਕਾਰਤ ਤੌਰ ਤੇ ਕੁਝ ਵੀ ਗੱਲ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਸਿਆਸੀ ਗਲਿਆਰਿਆਂ 'ਚ ਇਸ ਗੱਲ ਦੀ ਚਰਚਾ। ਇਸ ਤੇ ਵੀ ਗੱਲ ਕਰਾਂਗੇ। ਹੋਰ ਵੀ ਮੁੱਦੇ ਤੇ ਹੋਵੇਗੀ ਗੱਲਬਾਤ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਸਭ ਤੋਂ ਪਹਿਲਾਂ ਗੱਲ ਕਰੀਏ ਜੀ, ਅੱਜ ਉੱਧਰ ਵਾਹਵਾ ਰੌਣਕ ਲੱਗੀ ਰਹੀ ਸਿੰਘਾਂ ਵਾਲੇ ਜਿਹੜਾ ਟੋਲ ਪਲਾਜ਼ਾ ਸੀ। ਮੁੱਖ ਮੰਤਰੀ ਦੇ ਸਰਕਾਰ ਦੇ ਹੋਰ ਵਿਧਾਇਕਾਂ ਨਾਲ ਮਿਲ ਕੇ ਕੀਤੇ ਗਏ ਵਰਦੇ ਮੀਂਹ 'ਚ ਦਾਅਵੇ ਹੋਰ ਸੀ, ਵਿਰੋਧੀਆਂ ਨੇ ਜਿਹੜੇ ਸਵਾਲ ਚੁੱਕੇ ਉਹ ਹੋਰ ਸੀ। ਅਸਲ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਫਿਰ ਕਾਂਗਰਸ ਇੰਨੀ ਜ਼ਿਆਦਾ ਸਿਆਣੀ ਸੀ ਤੇ ਆਪਣੀ ਵਾਰੀ ਕਿਉਂ ਨਹੀਂ ਕਰ ਪਾਈ? ਇਸ ਦੀ ਸੱਚਾਈ ਕੀ ਹੈ? ਅੰਦਰਲੀ ਗੱਲ ਕੀ ਹੈ? ਸੰਦੀਪ, ਸਭ ਤੋਂ ਵੱਡੀ ਗੱਲ ਹੈ ਕਿ ਇੰਡੀਆ ਦੇ ਵਿੱਚ ਚਾਹੇ ਪੰਜਾਬ ਆ, ਚਾਹੇ ਕੋਈ ਵੀ ਸਟੇਟ ਲਾ ਲਓ, ਜਾਂ ਇੰਡੀਆ ਲੈਵਲ ਤੇ ਆਪਾਂ ਗੱਲ ਕਰੀਏ ਤੇ ਪਹਿਲੀ ਗੱਲ ਟੋਲ ਟੈਕਸ ਦੀ ਤਾਂ ਜ਼ਰੂਰਤ ਨਹੀਂ ਹੈਗੀ। ਟੋਲ ਟੈਕਸ ਤੇ ਹੋਣੇ ਨਹੀਂ ਚਾਹੀਦੇ, ਟੋਲ ਟੈਕਸ ਤੇ ਬੰਦ ਕਰ ਦੇਣੇ ਚਾਹੀਦੇ ਹੈਗੇ। ਚਾਹੇ ਉਹ ਸਟੇਟ ਹਾਈਵੇ ਆ, ਜਾਂ ਸਟੇਟ ਗੌਰਮੈਂਟ ਨੇ ਬਣਾਏ ਨੇ, ਜਾਂ ਨੈਸ਼ਨਲ ਹਾਈਵੇ ਅਥਾਰਟੀ ਨੇ ਬਣਾਏ, ਭਾਰਤ ਸਰਕਾਰ ਨੇ ਬਣਾਏ। ਜਦ ਬੰਦਾ ਗੱਡੀ ਖਰੀਦਦਾ ਉਦੋਂ ਰੋਡ ਟੈਕਸ ਦਿੰਦਾ, ਤੇ ਫਿਰ ਟੋਲ ਟੈਕਸ ਕਾਹਦੇ? ਅਸਲ 'ਚ ਜਦੋਂ ਇੰਡੀਆ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਨੂੰ ਤੁਸੀਂ ਨਿੱਜੀਕਰਨ ਨੂੰ ਪਹਿਲ ਦਿੱਤੀ ਆ, ਚਾਹੇ ਹੈਲਥ 'ਚ, ਚਾਹੇ ਐਜੂਕੇਸ਼ਨ, ਚਾਹੇ ਐਗਰੀਕਲਚਰ, ਚਾਹੇ ਇਹਦੇ 'ਚ ਟੋਲ 'ਚ ਸੜਕਾਂ ਬਣਾਉਂਦੇ, ਉਹ ਫਿਰ ਜਿਹੜੀ ਵੀ ਕੰਪਨੀ ਰੋਡ ਬਣਾਊਗੀ ਉਹ ਤਾਂ ਪੈਸੇ ਵਸੂਲੇਗੀ। ਉਹ ਤਾਂ ਉਹਨੇ ਕਿਹੜਾ ਸਰਕਾਰ ਨੂੰ ਕੋਈ ਤੋਹਫਾ ਦਿੱਤਾ ਹੈਗਾ। ਜੇ ਬੰਦੇ ਦਾ 50 ਕਰੋੜ ਲੱਗਾ ਤੇ ਉਹ ਕਹੂਗਾ ਵੀ 50 ਕਰੋੜ ਲੱਗਾ ਤੇ ਘੱਟੋ ਘੱਟ ਮੈਂ 160 ਕਰੋੜ ਤੇ ਕਮਾਵਾਂ ਨਾ ਜੀ। ਮੈਂ ਸੜਕ ਵੀ ਬਣਾਈ ਆ,
ਬੰਦੇ ਵੀ ਰੱਖੇ ਇਕੱਠੇ ਕਰਨ ਨੂੰ। ਤੇ ਟੋਲ ਪਲਾਜ਼ਾ ਜਿਹੜੀ ਪੰਜਾਬ ਦੀ ਪਾਲਿਸੀ ਬਣੀ ਹੋ ਸੀ ਕਿ 15 ਸਾਲ ਤੱਕ, ਮੰਨ ਲਓ ਜੇ ਇੱਕ ਟੋਲ ਲੱਗ ਗਿਆ, ਜੇ ਅੱਜ ਲੱਗ ਗਿਆ ਟੋਲ, 2023 'ਚ ਨਵਾਂ ਟੋਲ ਲੱਗ ਗਿਆ, ਜੇ ਕਿਸੇ ਨੇ ਰੋਡ ਬਣਾਤੀ, ਪੁਲ ਬਣਾਤਾ, ਕਈ ਤਰ੍ਹਾਂ ਦੇ ਨਾ, ਇੱਕ ਤੇ ਰੋਡ ਬਣ ਗਿਆ, ਜੇ ਵਿੱਚ ਕਿਤੇ ਉਹਨੂੰ ਪੁਲ ਬਣਾਉਣਾ ਪੈ ਗਿਆ, ਉਸ ਕਰਕੇ ਉਹ 15 ਸਾਲ ਦਾ ਲੈ ਕੇ ਚੱਲਦੇ ਕਿ ਸਾਡੇ ਜਿਹੜੇ ਪੈਸੇ ਨੇ ਉਹ 15 ਸਾਲ ਦੇ ਵਿੱਚ ਪੂਰੇ ਹੋਣੇ, ਅਸੀਂ ਰਿਪੇਅਰ ਵੀ ਕਰਨੀ ਆ। ਤੇ ਜੇ ਅੱਜ ਕੋਈ ਲੱਗਦਾ 23 ਤੇ 15 ਲਾ ਲਓ ਤੁਸੀਂ, 2038 ਤੇ 2038 'ਚ ਜਾ ਕੇ ਮਿਆਦ ਹੋਊ। ਜਿਹੜੇ ਆਹ ਟੋਲ ਪਲਾਜ਼ੇ ਬੰਦ ਹੋ ਰਹੇ ਨੇ, ਇਹ ਉਹ ਨੇ ਜਿਨ੍ਹਾਂ ਦੀ ਮਿਆਦ ਖਤਮ ਹੋ ਰਹੀ ਹੈ, ਜਿਨ੍ਹਾਂ ਦੀ ਐਕਸਟੈਂਸ਼ਨ ਦੇਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਕਿਉਂਕਿ ਜਿੰਨੀ ਉਹਨੇ ਸੜਕ ਬਣਾਈ ਸੀ, ਜਿੰਨੀ ਉਹਦੀ ਪ੍ਰਾਈਵੇਟ ਬਿਲਡਰ ਦੀ ਇਨਵੈਸਟਮੈਂਟ ਹੋਈ ਸੀ, ਉਹਨੇ ਉਸ ਤੋਂ ਦੁੱਗਣੇ ਲਾ ਲਓ, ਤਿੱਗਣੇ ਲਾ ਲਓ, ਪੈਸੇ ਕਮਾ ਲਏ ਨੇ। ਐਕਸਟੈਂਸ਼ਨ ਦੇਣ ਦੀ ਲੋੜ ਨਹੀਂ। ਹੁਣ ਸਵਾਲ ਹੈ ਕਿ ਜਿੱਥੋਂ ਟੋਲ ਬੰਦ ਹੋ ਗਏ ਨੇ, ਚੰਗੀ ਗੱਲ, ਪਰ ਜਿਹੜੇ ਉੱਥੇ ਰੋਡ ਨੇ, ਜੇ ਕੱਲ੍ਹ ਨੂੰ ਰੋਡ ਟੁੱਟਦੇ ਨੇ, ਭੱਜਦੇ ਨੇ, ਰਿਪੇਅਰ ਸਰਕਾਰ ਰਿਪੇਅਰ ਕਰੂਗੀ, ਉਹ ਇੱਕ ਸਭ ਤੋਂ ਵੱਡੀ ਗੱਲ। ਦੂਜੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪਾਂ ਕਹਿੰਦੇ ਕਿ ਬੜਾ ਅੱਛਾ ਕੰਮ ਕਰ ਰਹੇ, ਟੋਲ ਪਲਾਜ਼ਾ ਚੱਕ ਰਹੇ ਨੇ। ਨੈਸ਼ਨਲ ਹਾਈਵੇ ਭਾਰਤ ਸਰਕਾਰ ਦੇ ਉਹ ਨਹੀਂ ਟੋਲ ਪਲਾਜ਼ਾ ਬੰਦ ਕਰ ਸਕਦੇ। ਜਿੱਦਾਂ ਲਾਡੋਵਾਲ ਵਾਲਾ ਵਾ, ਸਭ ਤੋਂ ਬੰਦੇ ਦੀਆਂ ਚੀਕਾਂ ਉੱਥੇ ਨਿਕਲਦੀਆਂ ਵੀ ਇੱਕ ਵਾਰ ਗੱਡੀ ਕੱਢ ਲਓ, ਤੁਹਾਨੂੰ 150 ਰੁਪਈਆ ਕਿ 200 ਰੁਪਈਆ ਦੇਣਾ ਪੈਣਾ ਨਾ, ਉਹ ਬੰਦ ਤਾਂ ਨਹੀਂ ਕਰਾ ਸਕਦੇ। ਲੇਕਿਨ ਇਹ ਜਿਹੜੇ ਬੰਦ ਕਰਾ ਰਹੇ ਨੇ, ਇਹ ਸਰਕਾਰ ਨੂੰ ਵਿਰੋਧੀ ਘੇਰੇ ਨੇ ਕਿ ਉਹ ਆ ਜਿਹੜੇ ਮਿਆਦ ਹੀ ਖਤਮ ਹੋ ਗਿਆ। ਹੁਣ ਸਰਕਾਰ ਦੀ ਤੇ ਤਾਂ ਮੰਨੀਏ ਨਾ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਤੇ ਹਰਾ ਪੈਨ ਆਪਾਂ ਤਾਂ ਮੰਨੀਏ, ਦੂਰ ਕੀ ਜਾਣਾ ਹੈਗਾ। ਮੁੱਖ ਮੰਤਰੀ ਸਾਹਿਬ ਨੂੰ ਮੋਗੇ ਜਾਣ ਦੀ ਲੋੜ ਨਹੀਂ ਹੈਗੀ, ਜਾਂ ਧੂਰੀ ਜਾਣ ਦੀ ਲੋੜ ਨਹੀਂ, ਹੁਸ਼ਿਆਰਪੁਰ ਜਾਣ ਦੀ ਲੋੜ ਨਹੀਂ ਆ। ਆਪਣੀ ਕੋਠੀ ਤੋਂ ਨਿਕਲ, ਕੋਠੀ ਤੋਂ ਮਹਿਜ ਗਿਣ ਕੇ 5 ਕਿਲੋਮੀਟਰ ਤੇ ਇੱਕ ਨਿਊ ਚੰਡੀਗੜ੍ਹ ਟੋਲ ਲੱਗਾ ਗਾ, ਪੰਜਾਬ ਗੌਰਨਮੈਂਟ ਦਾ, PIDB ਦਾ। ਉਹ ਇੱਕ ਵਨ ਟਾਈਮ ਜਾਈਓ 90 ਰੁਪਏ ਨੇ, ਉਹ ਤਾਂ ਪੰਜਾਬ ਸਰਕਾਰ ਦਾ। ਉਹਦੇ ਤੁਸੀਂ 15 ਸਾਲ ਕਿਉਂ ਉਡੀਕਦੇ ਹੋ? ਉਹ ਤੇ ਅੱਜ ਹੀ ਬੰਦ ਕਰ ਦਿਓ। ਆਪਾਂ 15 ਸਾਲ ਉਡੀਕਦੇ, ਉਹ ਬਣਾਇਆ ਸੀ ਮੇਰੇ ਖਿਆਲ 7 ਕਿ 8 ਸਾਲ ਪਹਿਲਾਂ। ਉਹ 7 ਸਾਲ ਹੋਰ ਲੋਕਾਂ ਨੂੰ ਪੈਸੇ ਦੇਣੇ ਪੈਣੇ ਨੇ, ਉਹ ਬੰਦ ਕਰਦੇ ਨੇ। ਜਿਹੜਾ ਇਹ ਲੱਗਾ ਮਾਜਰੀ ਬਲਾਕ 'ਚ ਲੱਗੀ ਆ, ਮਾਜਰੀ ਬਲਾਕ ਦੇ ਲਾਗੇ ਉਹ ਬਣਿਆ ਹੈਗਾ ਟੋਲ ਪਲਾਜ਼ਾ, ਉਹ ਬੰਦ ਕਰ ਦੇਣ। ਉਹ ਤਾਂ ਨਿਤਨ ਗਡਕਰੀ ਸਾਹਿਬ ਦਾ ਨਹੀਂ ਹੈ, ਨਰਿੰਦਰ ਮੋਦੀ ਸਾਹਿਬ ਦਾ ਨਹੀਂ ਹੈ, ਸਟੇਟ ਦਾ, ਸਟੇਟ ਗੌਰਨਮੈਂਟ ਦਾ, PIDB ਦਾ, ਉਹ ਬੰਦ ਕਰਵਾ ਦੇਣ। ਇਸ ਕਰਕੇ ਚੰਗੀ ਗੱਲ ਵੀ ਆ। ਲੇਕਿਨ ਟੋਲ ਪਲਾਜ਼ੇ ਉਹ ਬੰਦ ਹੋ ਰਹੇ ਨੇ ਜਿਹੜੇ ਡਿਊ ਨੇ, ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ। ਇਸੇ ਕਰਕੇ ਅੱਜ ਕਾਂਗਰਸ ਪਾਰਟੀ ਨੇ ਘੇਰਿਆ, ਜਾਂ ਜਿਹੜੇ RTI ਐਕਟਿਵਿਸਟ ਹੈਗੇ ਨੇ, ਮਾਨਿਕ ਗੋਇਲ ਨੇ ਘੇਰਿਆ ਗਾ। ਉਹਨਾਂ ਪੂਰੀ ਜਿਹੜੀ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਲੱਗੇ ਨੇ, ਕਿਹੜੀ ਜਗ੍ਹਾ ਲੱਗੇ, ਸਾਰੀ ਦੱਸੀ ਕਿ ਕਦੋਂ ਬਣਿਆ, ਕਦੋਂ ਆਪਰੇਸ਼ਨਲ ਹੋਇਆ, ਕਦੋਂ ਉਹਦਾ ਸ਼ੁਰੂ ਹੋਇਆ, ਤੇ ਉਹਦੀ ਮਿਆਦ ਕਦੋਂ ਖਤਮ ਹੋ ਰਹੀ ਆ। ਸਵਾਲ ਇਹ ਆ ਕਿ ਇਹ ਵੀ ਚੰਗਾ ਕੰਮ ਆ ਵੀ ਐਕਸਟੈਂਸ਼ਨ, ਸ਼ਾਇਦ ਉਹ ਐਕਸਟੈਂਸ਼ਨ ਮੰਗ ਰਹੇ ਨੇ, ਪਰ ਮਾਨ ਸਾਹਿਬ ਐਕਸਟੈਂਸ਼ਨ ਨਹੀਂ ਦੇ ਰਹੇ। ਪਰ ਜਿਹੜੇ ਪੰਜਾਬ ਸਰਕਾਰ ਦੇ ਆਪਣੇ ਟੋਲ ਨੇ, ਉਹ ਤਾਂ ਬੰਦ ਕੀਤੇ ਜਾ ਸਕਦੇ ਨਾ। ਆਪਾਂ ਕਹਿੰਦੇ ਕਿ ਚਲੋ ਭਾਰਤ ਸਰਕਾਰ ਦੇ ਨੈਸ਼ਨਲ ਹਾਈਵੇ ਅਥਾਰਟੀ ਨਹੀਂ ਬੰਦ ਕਰ ਸਕਦੇ, ਪਰ ਜਿਹੜੇ ਸਟੇਟ ਦੇ ਆਪਣੇ ਉਹ ਤਾਂ ਕੀਤੇ ਜਾ ਸਕਦੇ ਹੈਗੇ ਨੇ। ਪਰ ਇੱਕ ਗੱਲ ਹੋਰ ਹੈ ਕਿ ਜਿਹੜੀ ਉਹ ਕਹਿ ਰਹੇ ਕਿ ਰਿਕਵਰੀ ਵਾਲਾ ਮਸਲਾ ਹੈਗਾ, ਕਿ ਉਹਨਾਂ ਨੇ ਪੈਸੇ ਮੌਕੇ 'ਤੇ ਨਹੀਂ ਜਮ੍ਹਾਂ ਕਰਵਾਏ, ਉਹਨਾਂ ਨੂੰ ਟਾਈਮ ਮਿਲਦਾ ਰਿਹਾ ਪੈਸੇ ਜਮ੍ਹਾਂ ਕਰਾਉਣ ਦਾ, ਜਾਂ ਉਹਨਾਂ ਨੇ ਕਿਸੇ ਟੋਲ ਪਲਾਜ਼ੇ ਤੇ ਐਂਬੂਲੈਂਸ ਦੇ ਪ੍ਰਬੰਧ ਨਹੀਂ, ਪਖਾਨਿਆਂ ਦੀ ਪ੍ਰਬੰਧ, ਉਹ ਜੁਰਮਾਨੇ ਸੀ। ਉਹ ਪਿਛਲੀਆਂ ਸਰਕਾਰਾਂ ਜੁਰਮਾਨੇ ਨਹੀਂ ਲੈਂਦੀ ਰਹੀਆਂ। ਉਸ ਮਸਲੇ 'ਤੇ ਆਪਾਂ ਕਹਿ ਸਕਦੇ ਕਿ ਪਿਛਲੀਆਂ ਸਰਕਾਰਾਂ ਦੋਸ਼ੀ ਨੇ। ਪਰ ਇਹ ਕਹਿ ਦਈਏ ਕਿ ਪਿਛਲੀਆਂ ਸਰਕਾਰਾਂ ਨੇ ਟੋਲ ਪਲਾਜ਼ੇ ਵਾਲੇ ਦੇਖਿਆ ਨਹੀਂ ਹੈਗਾ। ਜਦ ਇੱਕ ਟੋਲ ਪਲਾਜ਼ੇ ਦੀ ਮਿਆਦ ਹੀ 15 ਸਾਲ ਆ, 15 ਸਾਲ ਤੋਂ ਪਹਿਲਾਂ ਤੁਸੀਂ ਉਹਨੂੰ ਭੰਗ ਨਹੀਂ ਕਰ ਸਕਦੇ। ਜੇ ਕਰੋਗੇ ਅਗਲਾ ਹਾਈ ਕੋਰਟ ਜਾਊਗਾ। ਪਿੱਛੇ ਜੇ ਕਿਸਾਨ ਜਥੇਬੰਦੀਆਂ ਨੇ ਬੰਦ ਕੀਤੇ ਸੀ 6 ਜ਼ਿਲ੍ਹਿਆਂ ਦੇ, ਹਾਈ ਕੋਰਟ ਚਲ ਗਏ, ਤੇ ਪੰਜਾਬ ਸਰਕਾਰ ਨੇ ਤੇ ਆਪ ਪੱਲਿਓਂ ਪੈਸੇ ਦਿੱਤੇ ਸੀ। ਇਸ ਕਰਕੇ ਇਹ ਮਸਲੇ ਦੇ ਵਿੱਚ ਕਹਿ ਸਕਦੇ ਕਿ ਇੰਡੀਆ ਦੇ ਵਿੱਚ ਟੋਲ ਪਲਾਜ਼ੇ ਲੱਗਣੇ ਨਹੀਂ ਚਾਹੀਦੇ। ਲੇਕਿਨ ਸਰਕਾਰਾਂ ਕਹਿੰਦੀਆਂ ਸਾਡੇ ਕੋਲ ਪੈਸੇ ਨਹੀਂ ਹੈਗੇ, ਨਾ ਸਰਕਾਰਾਂ ਕੋਲ ਐਜੂਕੇਸ਼ਨ ਵਾਸਤੇ ਪੈਸੇ, ਨਾ ਐਗਰੀਕਲਚਰ ਵਾਸਤੇ ਪੈਸੇ, ਨਾ ਹੈਲਥ ਵਾਸਤੇ ਪੈਸੇ, ਨਾ ਇਨਫਰਾਸਟ੍ਰਕਚਰ ਵਾਸਤੇ ਪੈਸੇ। ਬਸ ਸਰਕਾਰਾਂ ਕੋਲ, ਚਾਹੇ ਇੰਡੀਆ ਲੈਵਲ 'ਤੇ ਲਾ ਲਓ, ਗੌਰਮੈਂਟ ਭਾਰਤ ਸਰਕਾਰ ਲਾ ਲਓ, ਪੰਜਾਬ ਗੌਰਮੈਂਟ ਲਾ ਲਓ, ਦਿੱਲੀ ਲਾ ਲਓ, ਰਾਜਸਥਾਨ ਲਾ ਲਓ, ਮੱਧ ਪ੍ਰਦੇਸ਼ ਲਾ ਲਓ, ਹਰਿਆਣਾ ਲਾ ਲਓ, ਇਹਨਾਂ ਕੋਲ ਆਪਣੀਆਂ ਮਸ਼ਹੂਰੀਆਂ ਵਾਸਤੇ ਪੈਸੇ ਹੈਗੇ ਨੇ, ਲੋਕਾਂ ਵਾਸਤੇ ਪੈਸੇ ਨੂੰ। ਸੁਪਰੀਮ ਕੋਰਟ ਦੇ ਵਿੱਚ ਕੇਸ ਡਿਵੈਲਪਮੈਂਟ ਨੂੰ ਲੈ ਕੇ ਲੋਕੀ ਗਏ ਹੈਗੇ ਨੇ। ਦਿੱਲੀ ਗੌਰਮੈਂਟ ਅਰਵਿੰਦ ਕੇਜਰੀਵਾਲ ਕਹਿੰਦੀ ਸਾਡੇ ਕੋਲ ਪੈਸੇ ਨਹੀਂ ਹੈਗੇ। ਸੁਪਰੀਮ ਕੋਰਟ ਨੇ ਝਾੜ ਝੰਬ ਕੀਤੀ ਕਿ ਤੁਹਾਡੇ ਕੋਲ ਮਸ਼ਹੂਰੀਆਂ ਵਾਸਤੇ ਤੇ ਪੈਸੇ ਹੈਗੇ, ਲੋਕਾਂ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਪਬਲਿਕ ਹਿੱਤ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ। ਤੇ ਇਸ ਕਰਕੇ ਸਰਕਾਰਾਂ ਅੱਜ ਕੱਲ੍ਹ ਚੱਲਦੀਆਂ ਕਾਹਦੇ ਨਾਲ, ਮਸ਼ਹੂਰੀਆਂ ਦੇ ਨਾਲ ਚੱਲਦੀਆਂ ਹੈਗੀਆਂ ਵਾ। ਉਹ ਪੂਰੇ ਇੰਡੀਆ ਦੇ ਵਿੱਚ ਹੀ ਇਹ ਜਿਹੜਾ ਕਲਚਰ ਚੱਲ ਰਿਹਾ ਹੈਗਾ। ਇਸ ਮਸਲੇ ਲੱਗਦਾ ਕਿ ਸੁਪਰੀਮ ਕੋਰਟ ਨੂੰ ਅਜਿਹੇ ਆਦੇਸ਼ ਪਾਸ ਕਰਨੇ ਚਾਹੀਦੇ ਹੈਗੇ ਨੇ, ਲਿਮਿਟ ਰੱਖਣੀ ਚਾਹੀਦੀ ਹੈਗੀ ਆ ਮਸ਼ਹੂਰੀਆਂ ਦੀ, ਐਡਵਰਟਾਈਜ਼ਮੈਂਟ ਦੀ, ਕਿ ਇੱਕ ਸਰਕਾਰ ਇੰਨੀਆਂ ਹੀ ਐਡ ਆਊਟ ਕਰ ਸਕਦੀ, ਜ਼ਿਆਦਾ ਨਹੀਂ ਕਰ ਸਕਦੀ। ਇੱਕ ਬਜਟ ਕਰ ਦੇਣਾ ਚਾਹੀਦਾ ਕਿ 100 ਕਰੋੜ ਤੋਂ ਵੱਧ ਬਜਟ ਨਹੀਂ ਹੋਣਾ ਚਾਹੀਦਾ 5 ਸਾਲਾਂ 'ਚ। ਇੱਥੇ ਬਜਟ ਹੈਗਾ 1600 ਕਰੋੜ, 800 ਕਰੋੜ ਤੱਕ ਪਹੁੰਚ ਗਿਆ।
ਭਾਰਤ ਸਰਕਾਰ ਦਾ ਪਤਾ ਨਹੀਂ ਕਿੰਨੇ ਕੁ ਹਜ਼ਾਰ ਕਰੋੜ ਦਾ ਹੋਊਗਾ। ਹਰ ਗਵਰਨਮੈਂਟ ਦਾ ਇੰਨਾ ਜ਼ਿਆਦਾ ਮਸ਼ਹੂਰੀਆਂ ਵਾਲਾ ਬਜਟ ਹੋ ਗਿਆ। ਗਵਰਨਮੈਂਟ ਆਫ ਇੰਡੀਆ ਨੂੰ ਚਾਹੀਦਾ ਕੱਟ ਮਾਰ ਦੇਣਾ ਚਾਹੀਦਾ। 100 ਕਰੋੜ ਜਾਂ 50 ਕਰੋੜ ਤੋਂ ਵੱਧ ਤਾਂ ਬਜਟ ਨਹੀਂ ਹੋਣਾ ਚਾਹੀਦਾ ਇਸ ਮਸਲੇ ਦੇ ਵਿੱਚ। ਇਹ ਜਿੰਨਾ ਪੈਸਾ ਵੇ ਲੋਕਾਂ ਦੀ ਭਲਾਈ ਵਾਸਤੇ ਲੱਗਣਾ ਚਾਹੀਦਾ, ਗਰੀਬਾਂ ਵਾਸਤੇ ਲੱਗਣਾ ਚਾਹੀਦਾ, ਐਜੂਕੇਸ਼ਨ ਤੇ ਲੱਗਣਾ ਚਾਹੀਦਾ, ਹੈਲਥ ਤੇ ਲੱਗਣਾ ਚਾਹੀਦਾ ਹੈਗਾ। ਜਿਨ੍ਹਾਂ ਦੇ ਪੈਸਾ ਲੱਗਣ ਦੀ ਜ਼ਰੂਰਤ ਹੈਗਾ ਉਸ ਤੇ ਕੰਮ ਕਰਨ ਦੀ ਜ਼ਰੂਰਤ ਹੈ। ਪਰ ਜਿਹੜਾ ਟੋਲ ਪਲਾਜ਼ੇ ਨੇ ਜਿਹੜੇ ਤੇ ਬੰਦ ਕਰਵਾ ਰਹੇ ਚੰਗੀ ਗੱਲ ਆ, ਪਰ ਜਿਨ੍ਹਾਂ ਦੀ ਹਲੇ ਡੇਟ ਪਈ ਆ ਬਾਕੀ ਉਹ ਵੀ ਬੰਦ ਹੋਣੇ ਚਾਹੀਦੇ ਆ। ਪੰਜਾਬ 'ਚ ਟੋਲ ਪੂਰੇ ਬੰਦ ਕਰ ਦਿਓ, ਫਿਰ ਕਹਿਣਗੇ ਵਾਹ ਮਾਨ ਸਾਹਿਬ ਨੇ ਕਮਾਲ ਕਰ ਦਿੱਤੀ ਹੈਗੀ। ਤੇ ਜੇ ਆਪਾਂ ਪਹਿਲਾਂ ਕਹਿ ਦਈਏ ਕਿ ਬੰਦ ਹੋਣ ਵਾਲੇ ਹੀ ਉੱਥੇ ਜਾ ਕੇ ਉਹ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਕਹਿ ਰਹੇ ਨੇ ਕਿ ਸਰਕਾਰ ਐਵੇਂ ਬੱਲੇ ਬੱਲੇ ਕਰਵਾ ਰਹੀ ਫੋਕੀ, ਜਦ ਕਿ ਉਹ ਆਲਰੇਡੀ ਬੰਦ ਹੋਣ ਵਾਲਾ ਸੀ। ਤੇ ਇਸ ਕਰਕੇ ਉਸ ਮਸਲੇ 'ਤੇ ਸਰਕਾਰ ਨੂੰ ਜਵਾਬ ਦਿੰਦੀ ਕਿ ਨਹੀਂ ਦਿੰਦੀ, ਪਰ ਇਸ ਮਸਲੇ 'ਤੇ ਸਿਆਸਤ ਹੋ ਰਹੀ ਹੈ। ਲੇਕਿਨ ਪੰਜਾਬ ਸਰਕਾਰ ਨੂੰ ਅਜਿਹੇ ਮਸਲਿਆਂ 'ਤੇ ਖੱਟਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ ਜੀ। ਇੱਕ ਨਾਲ ਹੋਰ ਗੱਲ ਕਰੀਏ ਪੰਜਾਬ ਦੀ ਸਿਆਸਤ ਵਿੱਚ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਕਹਿੰਦੇ 9 ਮਾਸ ਦਾ ਰਿਸ਼ਤਾ 2 ਸਾਲ ਵੀ ਅੱਡ ਨਹੀਂ ਰਹਿ ਸਕਿਆ। ਲਗਾਤਾਰ ਇੱਕ ਦੂਜੇ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅੰਦਰ ਖਾਤੇ ਕਹਿੰਦੇ ਮੁਲਾਕਾਤਾਂ ਬਹੁਤ ਹੋ ਰਹੀਆਂ, ਚਾਹੇ ਇੱਧਰੋਂ ਪ੍ਰਧਾਨ ਹੋਣ ਚਾਹੇ ਉੱਧਰੋਂ ਨਵੇਂ ਨਿਯੁਕਤ ਕੀਤੇ ਪ੍ਰਧਾਨ ਹੋਣ। ਕਹਿੰਦੇ ਹੁਣ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਲੰਮਾ ਪਲਾਨ ਬਣਾ ਲਿਆ ਗਿਆ, ਸੀਟਾਂ ਦੀ ਵੰਡ ਤੱਕ ਦੀਆਂ ਗੱਲਾਂ ਹੋ ਗਈਆਂ ਨੇ। ਤੇ ਅੰਦਰਲੀ ਗੱਲ ਕੀ ਹੈ ਔਰ ਖਾਸ ਕਰਕੇ ਗੱਠਜੋੜ ਜੇ ਹੁੰਦਾ ਇਸ ਨਾਲ ਨੁਕਸਾਨ ਕਿਸ ਦਾ ਤੇ ਫਾਇਦਾ ਕਿਸ ਦਾ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਅਜਿਹੀ ਜਿਹੜੀ ਸਥਿਤੀ ਬਣੀ ਹੋਈ ਨਾ, ਦੋਨਾਂ ਵਾਸਤੇ ਅਗਰ ਗੱਠਜੋੜ ਹੁੰਦਾ ਤੇ ਦੋਨਾਂ ਵਾਸਤੇ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਹੋਏਗੀ। ਲੋਕੀ ਟੁੱਟਣਗੇ, ਲੋਕੀ ਜੁੜਨਗੇ ਨਹੀਂ। ਫਿਰ ਲੋਕਾਂ ਨੇ ਕਹਿਣਾ ਕਿ ਦੋਨਾਂ ਪਾਰਟੀਆਂ ਨੇ ਪਖੰਡ ਕੀਤਾ, ਸ਼ੋਸ਼ਾ ਕੀਤਾ। ਕਿਸਾਨੀ ਅੰਦੋਲਨ ਦੇ ਵਿੱਚ ਦੋਨਾਂ ਦੀ ਮਜਬੂਰੀ ਹੋ ਗਈ। ਇੱਕ ਕਹਿੰਦਾ ਕਿ ਬਿੱਲ ਵਾਪਸ ਲਓ, ਪਹਿਲਾਂ ਕਹਿੰਦੇ ਕਿ ਬਿੱਲ ਬਹੁਤ ਚੰਗੇ ਨੇ, ਫਿਰ ਕਹਿੰਦੇ ਬਿੱਲ ਬਹੁਤ ਮਾੜੇ ਨੇ। ਇੱਥੋਂ ਤੱਕ ਕਿ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਬਿੱਲ ਚੰਗੇ ਕਹਿਣੇ ਪਏ ਸੀ। ਹੁਣ ਉਹ ਬਿੱਲ ਖੇਤੀਬਾੜੀ ਕਾਨੂੰਨਾਂ ਕਰਕੇ ਜਦੋਂ ਕਿਸਾਨਾਂ ਨੇ ਬਾਦਲ ਪਰਿਵਾਰ ਦਾ ਘਰ ਘੇਰ ਲਿਆ, ਮਜਬੂਰੀ ਬਣ ਗਈ, ਗੱਠਜੋੜ ਟੁੱਟਾ, ਵਜ਼ੀਰੀ ਛੱਡਣੀ ਪਈ। ਹੁਣ ਜੇ ਇਹ ਗੱਠਜੋੜ ਹੁੰਦਾ ਤੇ ਇਹ ਘਾਟੇ ਵਾਲਾ ਹੀ ਅੱਜ ਦੀ ਤਰੀਕ ਤੇ ਸੌਦਾ ਦੇਣਾ। ਪੰਜਾਬ ਦੇ ਲੋਕ ਹਲੇ ਵੀ ਤੱਪੇ ਪਏ ਨੇ ਇਹਨਾਂ ਤੋਂ ਕਿ ਫਿਰ ਲੋਕਾਂ ਕਹਿੰਦਾ ਸਾਡੇ ਤੇ ਅੱਖਾਂ 'ਚ ਘੱਟਾ ਹੀ ਪਾਇਆ ਹੈਗਾ, ਇਹ ਤੇ ਅੰਦਰੋਂ ਘਿਓ ਖਿਚੜੀ ਵਾਂਗੂ ਮਿਲੇ ਹੋਏ ਸੀ, ਇਹਦੇ ਡਰਾਮੇ ਕਰਦੇ ਸੀ। ਇਸ ਕਰਕੇ ਦੋਨਾਂ ਦਾ ਹੀ ਆ, ਇਹ ਨਾ ਕਿਤੇ ਹੋਣਾ ਭੁੱਖੇ ਨੂੰ ਭੁੱਖਾ ਟੱਕਰਿਆ, ਦੋਨੇ ਗੱਛ ਕਾ ਕੇ ਡਿੱਗ ਪਏ। ਕਿਤੇ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲਾਤ ਨਾ ਹੋ ਜਾਣ। ਹੁਣ ਸਵਾਲ ਹੈ ਕਿ ਜਿਹੜੇ ਹੁਣ ਬਣ ਰਹੀ ਹੈ ਚਰਚਾ, ਕਿਉਂਕਿ ਬੀਜੇਪੀ ਨਾ ਤੇ 14 ਵਰਗੀ ਮਜ਼ਬੂਤ ਆ, ਨਾ 2019 ਵਰਗੀ ਮਜ਼ਬੂਤ ਆ। ਹੁਣ ਤੇ ਉਹ ਕਿਵੇਂ ਪਰਿਵਾਰ ਦੇ ਵਿੱਚ ਤਰੇੜਾਂ ਪਵਾ ਕੇ ਤੇ ਗੱਠਜੋੜ ਕਰ ਰਹੇ ਹੈਗੇ ਨੇ। ਸ਼ਰਦ ਪਵਾਰ ਨਾਲੋਂ ਉਹਦਾ ਭਤੀਜਾ ਤੋੜ ਲਿਆ ਅਜੀਤ, ਪਰ ਪਹਿਲਾਂ ਉਦੇ ਠਾਕੁਰਿਆਂ ਦਾ ਪਰਿਵਾਰ ਤੋੜਤਾ, ਫਿਰ ਰਾਤੋਂ ਰਾਤ ਉਹਦੇ 'ਚ ਘਸਪੈਠ ਕੀਤੀ ਹੈਗੀ ਤੇ ਏਕਨਾਥ ਸ਼ਿੰਦੇ ਨੂੰ ਬਾਹਰ ਕੱਢ ਕੇ ਸਰਕਾਰ ਬਣਾ ਲਈ। ਪੂਰੇ ਇੰਡੀਆ ਦੇ ਵਿੱਚ ਬੀਜੇਪੀ ਦੇ ਉਹ ਹਾਲਾਤ ਨਹੀਂ ਹੈ 2014 ਵਾਲੇ ਜਾਂ 2019 ਵਾਲੇ। ਹੁਣ ਹਾਲਾਤ ਇਹ ਬਣੇ ਹੈਗੇ ਨੇ ਕਿ ਕਿਵੇਂ ਇੱਕ ਇੱਕ ਸੀਟ ਇੰਪੋਰਟੈਂਟ ਆ। ਹੁਣ ਪੰਜਾਬ ਆ, ਪੰਜਾਬ ਦੇ ਵਿੱਚ ਗੱਠਜੋੜ ਜੁੜੂ। ਕੋਈ ਬੀਜੇਪੀ ਨੂੰ ਲੱਗਦਾ ਕਿ ਅਸੀਂ 13 ਚੋਂ ਅੱਗੇ ਤੇ ਅਸੀਂ 3 ਲੜਦੇ ਸੀ, ਹੁਣ 3 ਚੋਂ ਅੱਗੇ ਮਸਾ 2 ਜਾਂ 1 ਆਉਂਦੀਆਂ। ਹੁਣ 13 ਲੜਾਂਗੇ, 13 ਚੋਂ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਇਸ ਟਾਈਮ ਜਿਹੜਾ ਪੰਜਾਬ ਦਾ ਹਿੰਦੂ ਭਾਈਚਾਰਾ, ਜਿਹੜਾ ਮਾਡਰਨ ਸਿੱਖ ਆ, ਉਹ ਬੀਜੇਪੀ ਵਾਲੇ ਝੁਕਿਆ ਹੈ। ਫਿਰ ਇਸ ਕਰਕੇ ਖਾਸ ਕਰਕੇ ਜਿਹੜੀ ਕੰਢੀ ਬੈਲਟ ਹੈ, ਜਿਹੜੀ ਚੌਧਰੀਆਂ ਦੀ ਬੈਲਟ ਜਾਂ ਰਾਜਪੂਤਾਂ ਦੀ ਬੈਲਟ ਆ, ਜਿਹੜੀ ਨਵਾਂਗਰਾ ਮਹਾਲੀ ਤੋਂ ਲੈ ਕੇ ਤੇ ਅਪ ਟੂ ਪਠਾਨਕੋਟ, ਡੇਰਾ ਬਾਬਾ ਨਾਨਕ ਕਿਤੇ ਧਾਰ ਕਲਾਂ, ਪਠਾਨਕੋਟ, ਗੁਰਦਾਸਪੁਰ ਤੱਕ, ਉਹ ਉਹਨਾਂ ਲੱਗਦਾ ਕਿ ਸਾਡੀ ਬੜੀ ਸਟਰੋਂਗ ਬੈਲਟ ਆ, ਜਿਹਦੇ 'ਚ ਉਹ ਕਹਿੰਦੇ ਨੇ ਕਿ ਸਾਡੇ ਅਨੰਦਪੁਰ ਸਾਹਿਬ ਸਟਰੋਂਗ ਆ, ਸਾਡਾ ਹੁਸ਼ਿਆਰਪੁਰ ਸੀਟ ਸਟਰੋਂਗ ਆ, ਸਾਡੀ ਗੁਰਦਾਸਪੁਰ ਸੀਟ ਸਟਰੋਂਗ ਹੈਗੀ ਆ, ਜਲੰਧਰ ਸਟਰੋਂਗ ਆ, ਫਿਰੋਜ਼ਪੁਰ ਸਾਡੀ ਸਟਰੋਂਗ ਆ। ਉਹ ਜਿੰਨੀਆਂ ਸੀਟਾਂ ਸ਼ਹਿਰੀ ਜੀ ਗਿਣ ਰਹੇ ਨੇ। ਹੁਣ ਇਸ ਮਸਲੇ ਦੇ ਵਿੱਚ ਹੁਣ ਗੱਠਜੋੜ ਦੀ ਜਿਹੜੀ ਸਥਿਤੀ ਹੈ, ਉਹ ਹੁਣ ਅਕਾਲੀ ਦਲ ਨੇ ਦੇਖਣਾ ਕਿ ਅਕਾਲੀ ਦਲ ਗੱਠਜੋੜ ਇਹ ਕਰਦੇ ਕਿ ਜਾਂ ਉਹ ਕਰਦੇ। ਹੁਣ ਬੀਜੇਪੀ ਤੇ ਵਾਰ-ਵਾਰ ਕਹਿ ਰਹੇ ਕਿ ਲੋੜ ਨਹੀਂ ਆ, ਪਰ ਬਹੁਤ ਸਾਰੇ ਬੀਜੇਪੀ ਕਹਿੰਦੇ ਕਿ ਸਾਡਾ ਗੁਜ਼ਾਰਾ ਨਹੀਂ ਹੈਗਾ। 9 ਮਾਸ ਦਾ ਰਿਸ਼ਤਾ ਦਾ ਸਵਾਲ ਹੁਣ ਸਾਰਾ ਨਿਰਭਰ ਕਰਦਾ ਸੁਨੀਲ ਜਾਖੜ ਸਾਹਿਬ ਨੇ ਹਲੇ ਅਹੁਦਾ ਨਹੀਂ ਸੰਭਾਲਿਆ, ਲੇਕਿਨ ਉਹ ਜਿਵੇਂ ਆਪਣੇ ਸੰਸਕਾਰ ਦੇ ਵਿੱਚ ਹੈ ਕਿ ਪਹਿਲਾਂ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਪ੍ਰਮਾਤਮਾ ਨੇ, ਵਾਹਿਗੁਰੂ ਨੇ, ਆਪਾਂ ਪਹਿਲਾਂ ਉਹਨਾਂ ਦੇ ਚਰਨਾਂ 'ਚ ਜਾ ਕੇ ਅਰਦਾਸ ਮੰਗੀ ਹੈ ਨਾ। ਅਰਦਾਸ ਤੇ ਉਹ ਪੰਜਾਬ ਦੀ ਮੰਗਣਗੇ, ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ, ਮੋਢਿਆਂ 'ਤੇ ਜਿਹੜਾ ਭਾਰ ਪਾਇਆ ਹੈਗਾ ਉਹ ਚੁੱਕਣਾ ਕਿਵੇਂ। ਤੇ ਇਸ ਕਰਕੇ ਜਿਹੜਾ ਵੀ ਸਿਆਸੀ ਲੀਡਰ ਆ ਉਹਨੂੰ 3 ਜਗ੍ਹਾ ਜਾਣਾ ਪੈਂਦਾ ਹੈਗਾ, ਸ਼੍ਰੀ ਦਰਬਾਰ ਸਾਹਿਬ, ਦੁਰਗਾਣਾ ਮੰਦਿਰ, ਵਾਲਮੀਕ ਮੰਦਿਰ। ਮਤਲਬ ਸਿੱਖ ਵੀ ਖੁਸ਼, ਹਿੰਦੂ ਵੀ ਖੁਸ਼, ਦੂਜਾ ਭਾਈਚਾਰਾ ਵੀ ਖੁਸ਼, ਉਹ ਸਾਰਿਆਂ ਨੂੰ ਜਾਣਾ ਪੈਂਦਾ ਹੈਗਾ ਜਿਹੜੇ ਖਾਸ ਕਰਕੇ ਇੰਡੀਅਨ ਪੋਲਿਟਿਕਸ ਸਿਆਸਤ ਕਰਦੇ ਨੇ। ਹੁਣ ਇਸ ਮਸਲੇ 'ਚ ਉਹ ਕੱਲ੍ਹ ਜਾ ਰਹੇ ਨੇ
ਕੱਲ੍ਹ ਹੀ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਆ ਭਲਕੇ, ਉਹਨਾਂ ਦੀ ਵੀ ਕੋਰ ਕਮੇਟੀ, ਉਹ ਵੀ ਜਿਹੜੇ ਤਾਜ਼ਾ ਹਾਲਾਤ ਨੇ ਉਹਦੇ 'ਚ ਚਰਚਾ ਕਰਨਗੇ। ਹੁਣ ਖਬਰਾਂ ਤੇ ਕਰਵਾਈਆਂ ਹੈਗੀਆਂ, ਜਾਂ ਸ਼੍ਰੋਮਣੀ ਅਕਾਲੀ ਦਲ ਨੇ ਖਬਰਾਂ ਕਰਵਾਈਆਂ ਜਾਂ ਬੀਜੇਪੀ ਨੇ ਕਰਵਾਈਆਂ ਹੈਗੀਆਂ। ਇਹ ਪਲਾਂਟਡ ਖਬਰਾਂ ਨੇ ਕਿ ਗੱਠਜੋੜ ਹੋ ਸਕਦਾ, ਸੰਭਾਵਨਾ ਹੋ ਸਕਦੀ ਆ। ਕਨਸੋਆਂ ਵੰਨੇ ਅਕਾਲੀ ਦਲ ਲੜੂਗਾ 7 ਤੇ, ਬੀਜੇਪੀ ਲੜੂਗੀ 5 ਤੇ, ਫਿਰ 1 ਤੇ ਲੜੂਗੀ ਬਸਪਾ। ਇਹ ਜਿਹੜੇ ਚਰਚੇ ਨੇ ਕਨਸੋਆਂ ਨੇ ਕਿ ਲੋਕਾਂ ਦਾ ਉਹ ਕੀਤਾ ਜਾ ਰਿਹਾ, ਟੈਸਟ ਚੈੱਕ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ। ਕੀ ਕਰਦੇ ਆ? ਹਾਂ, ਲੋਕ ਫਿਰ ਰੈਕਟ ਕੀ ਕਰਦੇ? ਇਹ ਸਿਰਫ ਹਲੇ ਲੋਕਾਂ ਨੂੰ ਰੈਕਟ ਕਰਨ ਵਾਸਤੇ ਖਬਰਾਂ ਪਲਾਂਟਡ ਹੋਈਆਂ ਨੇ ਵੀ ਗੱਠਜੋੜ ਹੋ ਰਿਹਾ, ਕਿ ਲੋਕ ਕੀ ਸੋਚਦੇ ਹੈਗੇ ਨੇ। ਹਲੇ ਟਾਈਮ ਪਿਆ ਗਾ, 7-8 ਮਹੀਨੇ ਪਏ ਨੇ, ਔਰ ਹੋ ਸਕਦਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੋਵੇ। ਹਲੇ ਆਪਣੇ ਹਿਸਾਬ ਨਾਲ ਹੀ ਲੜਨਗੇ ਇਹ ਸੀਟਾਂ, ਕਿਉਂਕਿ ਜੇ ਪਹਿਲਾਂ ਹੋਊਗਾ ਤੇ ਫਿਰ ਲਾਜ਼ਮੀ ਤੌਰ ਤੇ ਲੋਕੀ ਕਹਿਣਗੇ ਯਾਰ ਇਹਨਾਂ ਦਾ ਤੇ ਡਰਾਮਾ ਹੀ, ਇਹ ਤਾਂ ਘਿਓ ਖਿਚੜੀ, ਤੇ ਪਹਿਲਾਂ ਮਿਲੇ ਹੋਏ ਸੀ, ਇਹਦੇ ਡਰਾਮੇ ਕਰਦੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੈਗੇ ਸੀ। ਇਸ ਕਰਕੇ ਕਿਉਂਕਿ ਪਹਿਲਾਂ ਜਿਵੇਂ ਅਕਾਲੀ ਦਲ ਨੇ ਮਾਰ ਬਹੁਤ ਖਾਧੀ ਆ ਸਿਰਫ ਕੁਰਸੀ ਦੀ ਖਾਤਰ, ਗੱਠਜੋੜ ਦੀ ਖਾਤਰ। ਨਾ 370 ਤੇ ਖੁੱਲ ਕੇ ਬੋਲੇ, ਨਾ ਸਿਟੀਜ਼ਨ ਅਮੈਂਡਮੈਂਟ ਐਕਟ ਤੇ ਖੁੱਲ ਕੇ ਬੋਲੇ, ਨਾ NRC ਤੇ ਖੁੱਲ ਕੇ ਬੋਲੇ, ਨਾ ਕਿਸਾਨੀ ਅੰਦੋਲਨ ਤੇ ਖੁੱਲ ਕੇ ਬੋਲੇ। ਲੇਕਿਨ ਜਦੋਂ ਲੋਕਾਂ ਨੇ ਘਰ ਘੇਰਿਆ ਤੇ ਫਿਰ ਇਹਨਾਂ ਲੱਗਾ ਕਿ ਨਹੀਂ ਨੁਕਸਾਨ ਹੋ ਗਿਆ ਪੋਲੀਟੀਕਲ ਤੌਰ ਤੇ, ਫਿਰ ਜਾ ਕੇ ਵਿਰੋਧ ਕੀਤਾ, ਗੱਠਜੋੜ ਤੋੜਿਆ ਵਜ਼ੀਰ ਲਈ। ਤੇ ਹੁਣ ਕਿਉਂਕਿ ਹੁਣ ਗੱਠਜੋੜ ਟੁੱਟਾ ਹੋਇਆ, ਇਸ ਕਰਕੇ ਖੁੱਲ ਕੇ ਪਹਿਲੀ ਵਾਰਾਂ ਬੋਲੇ ਨੇ। ਜਿਹੜਾ ਵਾਲਾ ਮਸਲਾ ਆ ਗਿਆ UGC ਜਾਂ ਯੂਨੀਫਾਰਮ ਸਿਵਲ ਕੋਡ ਦੇ, ਨਹੀਂ ਤਾਂ ਜੇ ਕਿਤੇ ਸਰਕਾਰ ਗੱਠਜੋੜ ਹੁੰਦਾ ਅਕਾਲੀ ਦਲ ਤੇ ਇਹਨਾਂ ਨੇ ਇੱਕ ਸ਼ਬਦ ਨਹੀਂ ਬੋਲਣਾ ਸੀ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਇਹ ਹਾਲਾਤ ਨੇ। ਹੁਣ ਜਿਹੜਾ ਗੱਠਜੋੜ ਦੀਆਂ ਕਸੂਆਂ ਸਿਰਫ ਲੋਕਾਂ ਦਾ ਰੈਕਸ਼ਨ ਜਾਣਨ ਵਾਸਤੇ ਖਬਰਾਂ, ਜਾਂ ਅਕਾਲੀ ਦਲ ਦੀ ਆ ਖੇਡ ਜਾਂ ਬੀਜੇਪੀ ਦੀ ਖੇਡ ਆ, ਦੋਨਾਂ ਨੇ ਕਰਵਾਏ ਹੈਗੇ ਨੇ ਇਸ ਮਸਲੇ ਦੇ ਵਿੱਚ ਕਿ ਲੋਕ ਬੋਲਣਗੇ ਕੁਛ ਤੇ ਪਤਾ ਲੱਗ ਜੂ ਪੋਲੀਟੀਕਲ ਤੌਰ ਤੇ ਕਿ ਸਾਡਾ ਜਿਹੜਾ ਗੱਠਜੋੜ ਫਿੱਟ ਬੈਠਦਾ ਕਿ ਨਹੀਂ ਬੈਠਦਾ ਹੈਗਾ। ਪਰ ਇਹ ਹੈ ਕਿ ਦੋਨਾਂ ਨੂੰ ਲੱਗਦਾ ਕਿ ਉਹ ਸਮਾਂ ਗਿਆ ਪਤੀ ਪਤਨੀ ਵਾਲਾ, 9 ਮਾਸਲਾ, ਵੱਡਾ ਭਰਾ ਛੋਟਾ ਭਰਾ। ਲੇਕਿਨ ਪਿੱਛੇ ਜਿਹੜੀਆਂ ਮੋਦੀ ਸਾਹਿਬ ਦਾ ਬਾਦਲ ਸਾਹਿਬ ਦੇ ਮਰਗ ਤੇ ਆਉਣਾ, ਜਾਂ ਉਹਨਾਂ ਦੇ ਭੋਗ ਤੇ ਅਮਿਤ ਸ਼ਾਹ ਸਾਹਿਬ ਨੇ ਆਉਣਾ, ਜਾਂ ਹੋਰ ਲੀਡਰਾਂ ਨੇ ਆਉਣਾ, ਜਾਂ ਹੁਣ ਜਦੋਂ ਰਾਜਨਾਥ ਸਿੰਘ ਆਏ ਨੇ, ਉਹ ਕਹਿੰਦੇ ਚਾਹੇ ਸਾਡਾ ਗੱਠਜੋੜ ਟੁੱਟ ਗਿਆ, ਸਾਡੇ ਜਿਹੜੇ ਭਾਈਵਾਲ ਸਾਡੇ ਰਿਸ਼ਤੇ ਨਹੀਂ ਟੁੱਟੇ। ਹੁਣ ਰਿਸ਼ਤੇ ਤੇ ਪੋਲਿਟਿਕਸ ਦੇ ਵਿੱਚ ਸਿਆਸੀ ਹੁੰਦੇ ਨੇ, ਪਰਿਵਾਰਕ ਰਿਸ਼ਤੇ ਤੇ ਹੁੰਦੇ ਨਹੀਂ। ਪਰਿਵਾਰਕ ਰਿਸ਼ਤੇ ਤੇ ਇੱਕ ਦਿਨ ਨਾਲ ਹੀ ਨਿਭਾਏ ਜਾਂਦੇ ਨੇ। ਇਹ ਤੇ ਹੁਣ ਮਸਲਾ ਇਹ ਆ ਕਿ ਦੇਖਦੇ ਦੋਨੇ ਇੱਕ ਕਦਮ ਦੋਨੇ ਪੁੱਟ ਰਹੇ ਹੈਗੇ ਨੇ ਕਿ ਇਸ ਮਸਲੇ ਦੇ ਵਿੱਚ ਗੱਠਜੋੜ ਲੋਕਾਂ ਦੀ ਕਚਹਿਰੀ ਦੇ ਵਿੱਚ ਪਾਸ ਹੁੰਦੇ ਕਿ ਨਹੀਂ, ਜਾਂ ਲੋਕ ਚੰਗਾ ਸਲਾਉਂਦੇ ਜਾਂ ਨਹੀਂ ਸਲਾਉਂਦੇ, ਉਹ ਇੱਕ ਟੈਸਟ ਕਰਨ ਵਾਸਤੇ ਇੱਕ ਸਿਆਸੀ ਤੌਰ ਤੇ ਇੱਕ ਅਜਿਹੀ ਗੋਟੀ ਸੁੱਟੀ ਗਈ ਆ ਕਿ ਪੰਜਾਬ ਦੀ ਜਨਤਾ ਦੱਸੇ ਕਿ ਵਾਕਈ ਲੋੜ ਹੈ। ਔਰ ਐਡੀ ਕੋਈ ਗੱਲ ਨਹੀਂ ਜਿਵੇਂ ਸ਼੍ਰੋਮਣੀ ਅਕਾਲੀ ਦਲ BJP ਕਹਿੰਦੇ ਹੁੰਦੇ ਕਿ ਇਹ ਸਾਡਾ ਜਿਹੜਾ ਗੱਠਜੋੜ ਹੈ, ਇਹ ਗੱਠਜੋੜ ਆ ਕਿ ਹਿੰਦੂ ਸਿੱਖ ਦੀ ਏਕਤਾ। ਇਹ ਡਰਾਮੇ ਕਰਦੇ ਰਹੇ ਨੇ, ਹਿੰਦੂ ਸਿੱਖ ਦੀ ਏਕਤਾ ਨੇ ਕਦੀ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਦਾ ਤਾਂ ਸਵਾਲ ਨਹੀਂ ਹੋਇਆ। ਸਾਰੇ ਭਰਾਵਾਂ ਵਾਸਤੇ ਰਹਿੰਦੇ ਹੈਗੇ ਨੇ। ਇਹਨਾਂ ਦੀ ਵਿਚਾਰਧਾਰਾ ਆਪਸ ਦੇ ਵਿੱਚ ਮਿਲਦੀ ਨਹੀਂ ਸੀ, ਪਰ ਸਿਆਸੀ ਗੱਠਜੋੜੀ ਮਜਬੂਰੀਆਂ ਵਾਲਾ ਗੱਠਜੋੜ ਸੀ। ਹੁਣ ਵੀ ਜੇ ਹੋਇਆ ਤਾਂ ਮਜਬੂਰੀ ਕਰਕੇ ਹੋਏਗਾ ਕਿ ਜੇ ਪੰਜਾਬ 'ਚ ਰਾਜ ਕਰਨਾ ਤੇ ਫਿਰ ਸਾਨੂੰ ਗੱਠਜੋੜ ਬਣਾਉਣਾ ਪੈਣਾ। ਇੱਕ ਪਾਸੇ 96 ਸੀਟਾਂ, ਇੱਕ ਪਾਸੇ 97 ਤੇ ਲੜਦੇ ਰਹੇ, 94 ਤੇ 23 ਤੇ ਲੜਦੇ ਰਹੇ। ਤੇ ਜੇ ਗੱਠਜੋੜ ਹੋ ਜਾਂਦਾ ਜਿਵੇਂ ਖਬਰਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਨੇ, ਅੱਜ ਤੇ 7 ਤੇ ਅਕਾਲੀ ਦਲ ਕਹਿ ਰਿਹਾ, 5 ਤੇ BJP, 1 ਤੇ ਕਹਿੰਦੇ ਚਲੋ ਬਸਪਾ ਨੂੰ ਦੇ ਦਾਂਗੇ। ਫਿਰ ਜਦੋਂ 27 ਦੀ ਵਾਰੀ ਆਊਗੀ, 27 ਦੇ ਵਿੱਚ ਕੌਣ ਲੜੂਗਾ? ਅਕਾਲੀ ਦਲ ਕਿੰਨਿਆਂ ਦੇ ਲੜੂਗਾ ਤੇ BJP ਕਿੰਨਿਆਂ ਦੇ ਲੜੂ? ਫਿਰ ਤੇ ਜੇ ਅਕਾਲੀ ਦਲ ਇਹ 50-50 ਤੇ ਲੜਨਗੇ, BJP 50-50 ਦੀ ਸ਼ਰਤ ਰੱਖੂਗੀ। 50 ਤੋਂ ਹੌਲੀ ਹੌਲੀ ਫਿਰ 45 ਤੇ ਆਉਣਗੇ, 47 ਤੇ ਆਉਣਗੇ। ਫਿਰ ਤੇ ਬਾਰਗੇਨਿੰਗ ਆ ਕਿ ਕਿੱਥੇ ਕੀ ਫਿੱਟ ਬੈਠਦੀਆਂ ਗੋਟੀਆਂ ਉੱਥੇ ਕਰ ਲੈਣਗੇ। ਲੇਕਿਨ ਹਲੇ ਸਮਾਂ ਦੂਰ ਹੈ। ਲੇਕਿਨ ਸਿਆਸਤ ਦੇ ਵਿੱਚ ਅਜਿਹੇ ਸਮੀਕਰਨ ਬਣਦੇ ਰਹਿੰਦੇ ਨੇ ਤੇ ਵਿਗੜਦੇ ਰਹਿੰਦੇ ਨੇ। ਇੱਕ ਗੱਲ ਹੋਰ ਨਾਲ ਜੁੜੀ ਇਸੇ ਖਬਰ ਦੇ ਨਾਲ ਹੀ, ਇਸੇ ਚਰਚਾ ਦੇ ਨਾਲ, ਕਿ ਬਾਕੀ ਪਾਰਟੀਆਂ ਵੀ ਬੜੀਆਂ ਆਡੀਆਂ ਚੁੱਕ ਕੇ ਦੇਖ ਰਹੀਆਂ ਕਿ ਇਹਨਾਂ ਦੀ ਗੱਲ ਬਣਦੀ ਹੈ ਕਿ ਨਹੀਂ ਬਣਦੀ। ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਫਿਕਰ ਹੈ ਆਪਣਾ, ਕਾਂਗਰਸ ਨੂੰ ਵੀ ਪੰਜਾਬ 'ਚ ਜਿਹੜਾ ਲਾਉਣ ਦਾ ਮੁੜ ਤੋਂ ਫਿਕਰ ਹੈ। ਉਹਨਾਂ ਤੇ ਕਿੰਨਾ ਕੁ ਅਸਰ ਪੈਣਾ ਜੇ ਗੱਠਜੋੜ ਸਿਰੇ ਚੜ੍ਹ ਵੀ ਗਿਆ ਖੁਦਾ ਨਾ ਖਾਸਤਾ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਤੇ ਹੱਲੇ ਚਿਹਰਾ ਲੱਭਣਾ ਪੈਣਾ ਉਹਨਾਂ ਨੂੰ ਵੀ ਅਸੀਂ ਚਿਹਰਾ ਕਿਹਨੂੰ ਬਣਾਉਂਦੇ ਹੈਗੇ 24 ਦੇ ਵਿੱਚ। ਕਿ ਕੀ 24 ਦੀ ਜਿਹੜੀ ਇਲੈਕਸ਼ਨ ਆ ਉਹ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਅਗਵਾਈ 'ਚ ਲੜੀ ਜਾਊਗੀ ਕਿ ਜਾਂ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਵੀ ਛੁੱਟੀ ਹੋ ਰਹੀ ਆ?
ਇੱਕ ਪਾਸੇ ਸੁਖਬੀਰ ਸਿੰਘ ਬਾਦਲ ਆ ਗਏ, ਇੱਕ ਪਾਸੇ ਉਸ ਕੱਦ ਦਾ ਬਰਾਬਰ ਆ ਗਿਆ ਸੁਨੀਲ ਜਾਖੜ ਆ ਗਿਆ, ਦੂਜੇ ਪਾਸੇ ਭਗਵੰਤ ਮਾਨ ਆ ਗਿਆ। ਕੀ ਕਾਂਗਰਸ ਵੀ ਕੋਈ ਐਕਸਪੈਰੀਮੈਂਟ ਕਰੇਗੀ? ਕੀ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਜਗ੍ਹਾ ਕੀ ਸੁਖਜਿੰਦਰ ਸਿੰਘ ਰੰਧਾਵਾ ਪ੍ਰਧਾਨ ਬਣ ਸਕਦੇ ਨੇ, ਜਾਂ ਕੀ ਉਹਨਾਂ ਦੀ ਜਗ੍ਹਾ ਨਵਜੋਤ ਸਿੰਘ ਸਿੱਧੂ ਬਣਾਏ ਜਾ ਸਕਦੇ ਨੇ, ਜਾਂ ਕੀ ਹੋ ਸਕਦਾ ਕਿ ਪ੍ਰਤਾਪ ਸਿੰਘ ਬਾਜਵਾ ਬਣ ਸਕਦੇ ਨੇ? ਉਹ ਵੀ ਤਾਂ ਇੱਕ ਚਿਹਰਾ ਹੁਣ ਬਦਲਣ ਦੀ ਲੋੜ ਹੈਗੀ ਕਿ ਅਸੀਂ ਲੜਨਾ ਕਿਵੇਂ, ਕਿਹਦੀ ਛਤਰੀ ਦੇ ਹੇਠ ਜਾਂ ਕਿਹਦੀ ਅਗਵਾਈ ਦੇ ਹੇਠ ਇਲੈਕਸ਼ਨ ਲੜਨੀ ਹੈਗੀ ਆ। ਕਿਉਂਕਿ ਰਾਜਾ ਅਮਰਿੰਦਰ ਸਿੰਘ ਵੜਿੰਗ ਦਾ ਜਿਵੇਂ ਉਹ ਕਹਿੰਦੇ ਸੀ, ਜਦੋਂ ਨਵਜੋਤ ਸਿੰਘ ਸਿੱਧੂ ਬਾਹਰ ਹੈ ਉਹਨੂੰ ਆਪਣੀ ਕੁਰਸੀ ਦਾ ਡਰ ਹੋਣ ਲੱਗ ਪਿਆ ਸੀ, ਸਤਾਉਣ ਲੱਗ ਪਿਆ ਸੀ। ਹੁਣ ਉਹ ਆ ਕਿ ਇਹ ਮਸਲਾ ਕੀ ਹੈ ਕਿ ਉਹਨਾਂ ਨੂੰ ਵੀ ਪ੍ਰਧਾਨ ਬਦਲਣਾ ਪਊਗਾ ਕਿ ਨਹੀਂ ਬਦਲਣਾ ਪਏਗਾ, ਉਹ ਸਭ ਤੋਂ ਵੱਡੀ ਗੱਲ ਸਵਾਲ ਹੈ। ਔਰ ਇਹ ਸਭ ਤੋਂ ਵੱਡੇ ਕਾਂਗਰਸ ਵਾਸਤੇ ਵੀ ਚਿੰਤਾ। ਹੁਣ ਕਾਂਗਰਸ ਦੇ ਜਿਹੜੇ ਬਹੁਤੇ ਜਿਹੜੇ ਲੀਡਰ ਆ ਉਹ ਡੀਏ ਦੇ ਕੇਸ ਦੇ ਵਿੱਚ ਰੁਲ ਰਹੇ ਨੇ। ਰੋਜ਼ ਡੀਏ ਵਿਜੀਲੈਂਸ ਬੁਲਾ ਲੈਂਦੇ ਨੇ, ਚੰਨੀ ਸਾਹਿਬ ਨੂੰ ਬੁਲਾ ਲਿਆ ਕਿ ਉਹਦੇ ਘਰ ਛਾਪਾ ਪੈ ਗਿਆ, ਉਹਨੂੰ ਨੋਟਿਸ ਕੱਢ ਦਿੱਤਾ, ਆਹ ਤਰੀਕ ਆ 5 ਤਰੀਕਾਂ ਹੋ ਗਈਆਂ ਨੇ, ਆਹ ਸਬੂਤ ਲੈ ਕੇ ਆਓ, ਆਹ ਇਨਕਮ ਲੈ ਕੇ ਆਓ, ਉਹ ਤੇ ਉਧਰ ਹੀ ਉਲਝੇ ਪਏ ਨੇ। ਲੇਕਿਨ ਜਿਹੜਾ ਕਾਂਗਰਸ ਪਾਰਟੀ ਦਾ ਇੱਕ ਵੱਡਾ ਵੋਟ ਬੈਂਕ ਸੀ ਐਸਸੀ ਭਾਈਚਾਰਾ, ਉਹਨੂੰ ਵੀ ਖੋਰਾ ਲੱਗ ਚੁੱਕਾ। ਹਿੰਦੂ ਭਾਈਚਾਰਾ ਬੜਾ ਵੱਡਾ ਵੋਟ ਬੈਂਕ ਸੀ, ਉਹਨੂੰ ਵੀ ਖੋਰਾ ਲੱਗ ਚੁੱਕਾ। ਜਿਹੜਾ ਜੱਟ ਭਾਈਚਾਰਾ ਜਿਹਨੂੰ ਕਹਿ ਸਕਦੇ ਹੈਗੇ ਜਰਨਲ ਕਰਕੇ, ਉਹ ਸਾਰਿਆਂ ਨੂੰ ਪੈ ਜਾਂਦਾ। ਜੱਟ ਭਾਈਚਾਰਾ ਥੋੜ੍ਹਾ ਜਿਹਾ ਅਕਾਲੀ ਦਲ ਨੂੰ ਪੈ ਗਿਆ, ਥੋੜ੍ਹਾ ਜਿਹਾ ਕਾਂਗਰਸ ਨੂੰ ਪੈ ਗਿਆ, ਥੋੜ੍ਹਾ ਜਿਹਾ ਆਪ ਨੂੰ ਪੈ ਗਿਆ, ਉਹ ਵੰਡਿਆ ਜਾਂਦਾ 3-4 ਹਿੱਸਿਆਂ ਦੇ ਵਿੱਚ। ਜਿਹੜਾ ਜੈਡ ਬਲਾਕ ਪੈਂਦਾ ਸੀ ਨਾ, ਉਹ ਸੀ ਐਸੀ ਭਾਈਚਾਰਾ ਜਾਂ ਹਿੰਦੂ ਭਾਈਚਾਰਾ, ਉਹ ਕਾਂਗਰਸ ਨਾਲੋਂ ਬਹੁਤ ਜ਼ਿਆਦਾ ਟੁੱਟ ਚੁੱਕਾ। ਅਜਿਹੀ ਸਥਿਤੀ ਦੇ ਵਿੱਚ ਜ਼ਿਆਦਾ ਜਿਹੜਾ ਹੁਣ ਖੌਫ ਜਿਹੜਾ ਬਣ ਚੁੱਕਾ, ਉਹ ਬਣ ਚੁੱਕਾ ਭਗਵੰਤ ਮਾਨ ਸਾਹਿਬ ਦਾ। ਭਗਵੰਤ ਮਾਨ ਸਾਹਿਬ ਨੇ ਜਿੰਨੇ ਵੀ ਮੋਸਟਲੀ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਟਾਰਗੇਟ ਹੋਏ ਨੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ, ਉਹ ਜ਼ਿਆਦਾ ਐਸਸੀ ਬੀਸੀ ਤੇ ਹਿੰਦੂ ਭਾਈਚਾਰੇ ਦੇ ਨੇ। ਉਹ ਹਿੰਦੂ ਭਾਈਚਾਰਾ ਜਾਂ ਐਸਸੀ ਭਾਈਚਾਰਾ ਉਹ ਹੁਣ ਸਰਕਾਰ ਨੂੰ ਫਾਇਦਾ ਦਿਵਾਉਂਦੇ ਨੇ ਜਾਂ ਨੁਕਸਾਨ ਹੁੰਦਾ, ਕਿਉਂਕਿ ਉਹ ਦੋਨਾਂ ਜਿਹੜਾ ਤਬਕਾ ਐਸਸੀ ਤਬਕਾ ਵੀ ਤੇ ਹਿੰਦੂ ਤਬਕਾ ਵੀ, ਉਹ ਸੋਚਣਗੇ ਕੀ ਯਾਰ ਸਾਡੇ ਬੰਦੇ ਹੀ ਚੋਰ ਚੱਕੇ ਨੇ, ਸਾਡੇ ਬੰਦੇ ਹੀ ਲੁਟੇਰੇ ਨੇ, ਕੀ ਬਾਕੀ ਹੋਰ ਨਹੀਂ ਲੁਟੇਰੇ ਹੈਗੇ? ਕੀ ਸਾਡਾ ਹੀ ਚੰਨੀ 111 ਦਿਨ 'ਚ ਪੰਜਾਬ ਲੁੱਟ ਗਿਆ, ਬਾਕੀ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਨੇ ਲੁੱਟਿਆ ਗਿਆ? ਜਾਂ ਕਿ ਸਾਡਾ ਹੀ ਆਸ਼ੂ ਲੁੱਟ ਕੇ ਲੈ ਗਿਆ, ਜਾਂ ਸਾਡਾ ਹੀ ਬ੍ਰਹਮਿੰਦਰਾ ਲੁੱਟ ਕੇ ਲੈ ਗਿਆ, ਜਾਂ ਸਾਡਾ ਹੀ ਵਿਜੇ ਇੰਦਰ ਸਿੰਗਲਾ ਲੁੱਟ ਕੇ ਲੈ ਗਿਆ, ਜਾਂ ਸਾਡਾ ਹੀ ਸਾਧੂ ਸਿੰਘ ਲੁੱਟ ਕੇ ਲੈ ਗਿਆ, ਸਾਡਾ ਹੀ ਸੰਗਤ ਸਿੰਘ ਗਿੱਲ ਜੀਆਂ ਲੁੱਟ ਕੇ ਲੈ ਗਿਆ? ਉਹ ਚਰਚਾ ਜਿਹੜੀ ਚੱਲ ਰਹੀ ਹੈਗੀ ਨਾ, ਉਹ ਚਰਚਾ ਲੱਗਦਾ ਕਿ ਬੜੀ ਸੋਚੀ ਸਮਝੀ ਤਰੀਕੇ ਦੇ ਨਾਲ ਚਲਾਈ ਜਾ ਰਹੀ ਹੈ ਗਰਾਊਂਡ ਲੈਵਲ ਤੇ। ਉਹ ਸਾਰੇ ਹੁਣ ਸਮੀਕਰਨ ਜਿਹੜੇ ਜੁੜਦੇ ਦੇਖ ਰਹੇ ਨੇ। ਪਰ ਸਵਾਲ ਇਹੀ ਆ ਕਿ ਕਾਂਗਰਸ ਪਾਰਟੀ ਕਿੰਨੇ ਏਕੇ ਨਾਲ ਲੜਦੀ ਹੈ, ਕਿੰਨੇ ਮਜ਼ਬੂਤੀ ਨਾਲ ਲੜਦੀ ਹੈ। ਜਦ ਤੱਕ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ, ਚਾਹੇ ਕਾਂਗਰਸ ਪਾਰਟੀ ਹੈ, ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ, ਉਹ ਜਦ ਤੱਕ ਟਵੀਟ 'ਚੋਂ ਨਿਕਲ ਗਈਆਂ, ਫੇਸਬੁੱਕ 'ਚੋਂ ਨਿਕਲ ਗਈਆਂ, ਇਹਨਾਂ ਦੋਨਾਂ 'ਚੋਂ ਸੋਸ਼ਲ ਮੀਡੀਆ 'ਚੋਂ ਬਾਹਰ ਨਿਕਲ ਕੇ, ਪ੍ਰੈਸ ਕਾਨਫਰੰਸਾਂ 'ਚੋਂ ਬਾਹਰ ਨਿਕਲ ਕੇ, ਜਦੋਂ ਤੁਸੀਂ BDO ਦਫ਼ਤਰ, SDM ਦਫ਼ਤਰ, ਤਹਿਸੀਲਦਾਰਾਂ ਦੇ ਦਫ਼ਤਰ, SSP ਦਫ਼ਤਰ, DC ਦੇ ਦਫ਼ਤਰਾਂ 'ਤੇ ਜਾ ਕੇ ਘਰਾਓ ਨਹੀਂ ਕੀਤੇ, ਰੋਸ ਮਾਰਚ ਨਹੀਂ ਕੀਤੇ, ਰੋਸ ਮੁਜ਼ਾਹਰੇ ਨਹੀਂ ਕੀਤੇ ਪੰਜਾਬ ਦੀ ਖਾਤਰ, ਵੋਟਰਾਂ ਦੀ ਖਾਤਰ, ਆਪਣੇ ਸਪੋਰਟਰਾਂ ਦੀ ਖਾਤਰ, ਤਦ ਤੱਕ ਇਹਨਾਂ ਦੇ ਪੈਰ ਨਹੀਂ ਲੱਗਣੇ ਹੈਗੇ। ਇਸੇ ਕਰਕੇ ਅੱਜ ਦੀ ਤਰੀਕ 'ਚ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈਗਾ ਕਿ ਅੱਜ ਤੇ ਚੜ੍ਹਦੇ ਸੂਰਜ ਨੂੰ ਸਲਾਮਾਂ ਕੌਣ? ਪੰਜਾਬ ਦਾ ਚੜ੍ਹਦਾ ਸੂਰਜ ਕੌਣ ਆ? ਭਗਵੰਤ ਮਾਨ। ਉਹਨੂੰ ਸਲਾਮਾਂ ਹੋ ਰਹੀਆਂ ਨੇ। ਬਿਜਲੀ ਲੋਕੀ ਬੜੇ ਖੁਸ਼ ਨੇ। 90% ਲੋਕਾਂ ਦੇ ਘਰਾਂ ਦੇ ਬਿੱਲ ਨਹੀਂ ਆ ਰਹੇ, ਚਾਹੇ ਕਿਸੇ ਵੀ ਸਮਾਜ ਦੇ ਨਾਲ, ਕਿਸੇ ਵੀ ਤਬਕੇ ਦੇ ਨਾਲ। ਘਰਾਂ ਦੇ ਵਿੱਚ AC ਵੀ ਲੱਗੇ ਨੇ, ਸਰਦੀਆਂ ਦੇ ਵਿੱਚ ਹੀਟਰ ਵੀ ਲੱਗੇ ਨੇ। ਲੋਕੀ ਟੌਰ ਨਾਲ ਬਿਜਲੀ ਫੂਕ ਰਹੇ ਨੇ। ਘਰਾਂ 'ਚ 2-2 ਮੀਟਰ ਲਗਵਾ ਲਏ ਨੇ, ਕਹਿੰਦੇ ਜਿੰਦਾ ਰਵੇ ਭਗਵੰਤ ਮਾਨ। ਬੀਬੀਆਂ ਦੇ ਡਿੱਕਣ ਰਹੀਆਂ ਕਿ ਸਾਨੂੰ 1000 ਰੁਪਈਆ ਕਦੋਂ ਭਗਵੰਤ ਮਾਨ ਸਾਹਿਬ ਦਿੰਦੇ ਨੇ, ਤੇ ਜਿੱਦਣ ਬੀਬੀਆਂ ਦੇ ਜੇਬੇ ਤੇ 1000 ਰੁਪਈਆ ਆ ਗਿਆ, ਉਹਨੇ ਗੁਣਾ ਕਰਨਾ 1000 × 12। 12000 ਕਹਿੰਦੀ ਮੇਰੇ ਕੋ ਆਊਗਾ, 12000 ਸੱਸ ਦਾ ਆਊਗਾ, 12000 ਮੇਰੀ ਕੁੜੀ ਦਾ ਆਊਗਾ। ਜਦੋਂ ਨੇ ਸਾਲ ਦਾ 36000 ਗਿਣਿਆ ਤੇ ਫਿਰ ਲੋਕਾਂ ਕਹਿਣਾ ਨਹੀਂ ਭਗਵੰਤ ਮਾਨ ਹੀ ਚੰਗਾ ਹੈਗਾ। ਅਜਿਹੇ ਜਿਹੜੀ ਆ ਸਕੀਮਾਂ ਚੱਲ ਰਹੀਆਂ ਨੇ, ਜਿਹਨੂੰ ਆਪਾਂ ਮੁਫਤ ਦੀਆਂ ਰੇੜੀਆਂ ਕਹਿੰਦੇ ਨੇ, ਉਹਦਾ ਤੋੜ ਕਰਨ ਵਾਸਤੇ ਓਪੋਜੀਸ਼ਨ ਪਾਰਟੀਆਂ, ਚਾਹੇ ਉਹਦੇ 'ਚ ਅਕਾਲੀ ਦਲ ਆ, ਚਾਹੇ BJP ਆ, ਚਾਹੇ ਕਾਂਗਰਸ ਪਾਰਟੀ, ਜੇ ਸੱਤਾ ਦੇ ਵਿੱਚ ਵਾਪਸੀ ਕਰਨੀ ਹੈ ਤਾਂ ਤੁਹਾਨੂੰ ਅਜਿਹੀਆਂ ਸਕੀਮਾਂ ਘੜਨੀਆਂ ਪੈਣਗੀਆਂ, ਜਿਹੜੀਆਂ ਸਕੀਮਾਂ ਤੁਸੀਂ ਭਗਵੰਤ ਮਾਨ ਦਾ ਟੱਕਰਾ ਕਰ ਸਕੋ। ਨਹੀਂ ਤੇ ਅੱਜ ਦੀ ਤਰੀਕ ਦੇ ਵਿੱਚ ਜੋ ਹਾਲਾਤ ਲੱਗ ਰਹੇ ਨੇ, ਭਗਵੰਤ ਮਾਨ ਨੂੰ ਰੋਕਣਾ ਕਿਸੇ ਦੀ ਵੱਸ ਦੀ ਗੱਲ ਨਹੀਂ ਹੈਗੀ। ਜੀ ਬਹੁਤ ਸ਼ੁਕਰੀਆ, ਧੰਨਵਾਦ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਚਰਚਾ ਕੀਤੀ ਹੈ। ਤੁਸੀਂ ਕੀ ਸੋਚਦੇ ਹੋ? ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।